ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਾਰਿਆਂ ਦੀ ਰਾਜੀ ਖੁਸ਼ੀ ਦੀ ਅਰਦਾਸ ਕਰਦੇ ਹੋਏ ਆਪਣੀ ਗੱਲ ਸ਼ੁਰੂ ਕਰਦਾ। ਵੈਸੇ ਮੈਨੂੰ ਲਾਈਵ ਲੂਵ ਤੋਂ ਮੈਨੂੰ ਬਹੁਤ ਜ਼ਿਆਦਾ ਮੈਂ ਕੰਫਰਟੇਬਲ ਜਾਂ ਨਹੀਂ ਹੁੰਦਾ, ਬਟ ਜਿੱਦਾਂ ਮੇਰੀ ਫਿਲਮਾਂ ਵੀ ਹੁੰਦੀਆਂ ਮੈਂ ਤਾਂ ਵੀ ਇੱਕ ਦੋ ਵਾਰ ਸ਼ਾਇਦ ਲਾਈਵ ਗਿਆ ਹੋਵਾਂਗਾ। ਅਤੇ ਇਸ ਕਿਸਾਨ ਮੋਰਚੇ ਦੇ ਵਿੱਚ ਕਾਫੀ ਵਾਰੀ ਲਾਈਵ ਹੋਣਾ ਪਿਆ, ਕਿਉਂਕਿ ਗੱਲਾਂ ਜ਼ਰੂਰੀ ਹੋ ਜਾਂਦੀਆਂ, ਫਿਰ ਲਾਈਵ ਆਉਣਾ ਪੈਂਦਾ। 2 ਦਿਨ ਪਹਿਲਾਂ 3 ਦਿਨ ਪਹਿਲਾਂ ਮੈਂ ਦੀਪ ਸਿੱਧੂ ਬਾਈ ਨੂੰ ਮਿਲ ਕੇ ਆਇਆ ਸੀਗਾ ਤਿਹਾੜ ਜੇਲ੍ਹ ਵਿੱਚ। ਅਤੇ ਕੱਲ੍ਹ ਪਰਸੋਂ ਮੈਂ ਕੁਛ ਪੋਸਟਾਂ ਦੇਖਦਾ ਪਿਆ ਸੀ ਜਿੱਥੇ ਕੋਈ ਦੀਪ ਬਾਈ ਨਾਲ ਕੁੱਟਮਾਰ ਦੀ ਗੱਲ ਹੋ ਰਹੀ ਸੀ ਕਿ ਉੱਥੇ ਕੁੱਟਮਾਰ ਹੋਈ ਹੈ ਏਜੰਸੀਆਂ ਵੱਲੋਂ, ਜਾਂ ਉਹਨੂੰ 7 ਸਾਲ ਦੀ ਕੈਦ ਹੋ ਗਈ ਹੈ, ਜਾਂ ਕੋਈ ਕੁਛ ਬੋਲਦਾ ਸੀ। ਅਤੇ ਫਿਰ ਮੈਨੂੰ ਲੱਗਿਆ ਕਿ ਲਾਈਵ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਸ ਦੀਪ ਬਾਈ ਦੇ ਕੇਸ ਦੀ ਜਿਹੜੀ ਸਾਰੀ ਦੇਖ ਰੇਖ ਹੈਗੀ ਆ ਉਹ ਮਨਦੀਪ ਸਿੰਘ ਸਿੱਧੂ ਭਾਜੀ ਕਰ ਰਹੇ, ਜੋ ਦੀਪ ਬਾਈ ਦੇ ਛੋਟੇ ਭਰਾ ਨੇ। ਖੁਦ ਉਹ ਐਡਵੋਕੇਟ ਵੀ ਨੇ, ਪ੍ਰੈਕਟਿਸ ਕਰਦੇ ਨੇ, ਅਤੇ ਉਹ ਸਾਰਾ ਫਸਟ ਹੈਂਡ ਉਹ ਦੇਖਦੇ ਪਏ ਨੇ। ਅਤੇ ਕੁਛ ਵੀ ਤੁਹਾਨੂੰ ਜਿਹੜੀ ਗੱਲ ਹੋਵੇ ਦੀਪ ਬਾਈ ਦੇ ਬਾਰੇ 'ਚ ਜਾਂ ਕੇਸ ਦੇ ਬਾਰੇ 'ਚ, ਮੇਰੇ ਖਿਆਲ ਨਾਲ ਮਨਦੀਪ ਭਾਜੀ ਖੁਦ ਬਹੁਤ ਸੋਸ਼ਲ ਮੀਡੀਆ ਉੱਤੇ ਐਕਟਿਵ ਨਹੀਂ ਹੈਗੇ। ਉਹ ਬਹੁਤ ਥੋੜ੍ਹੇ ਸ਼ਾਈ ਕਿਸਮ, ਇੰਟਰੋਵਰਟ ਟਾਈਪ ਦੇ ਹੈਗੇ। ਚਿਣਕ ਉੱਦਾਂ ਹੀ ਹੈ, ਗੁੱਸਾ ਉੱਦਾਂ ਹੀ ਹੈ ਦੀਪ ਬਾਈ ਵਰਗਾ ਮਨਦੀਪ ਭਾਈ ਦਾ ਵੀ, ਲੇਕਿਨ ਸੋਸ਼ਲ ਮੀਡੀਆ 'ਤੇ ਥੋੜ੍ਹਾ ਘੱਟ ਐਕਟਿਵ ਹੁੰਦੇ ਆ। ਹਰਪ੍ਰੀਤ ਸਿੰਘ ਦੇਵਗਨ ਭਾਜੀ, ਸ਼ੰਭੂ ਮੋਰਚਾ ਪੇਜ, ਇੱਥੋਂ ਤੁਸੀਂ ਸਹੀ ਜਿਹੜੀ ਜਾਣਕਾਰੀ ਹੈਗੀ ਆ ਦੀਪ ਭਾਈ ਦੇ ਕੇਸ ਦੀ ਉਹ ਤੁਹਾਨੂੰ ਮਿਲ ਸਕਦੀ ਹੈ। ਉਦੋਖੇ ਭਾਜੀ ਵੀ ਜੋ ਮਨਦੀਪ ਭਾਈ ਦੇ ਨਾਲ ਟੱਚ ਵਿੱਚ ਰਹਿੰਦੇ ਆ, ਅਤੇ ਉਹ ਵੀ ਜਿਹੜਾ ਲਿਖਦੇ ਆ ਉਹ ਗੱਲ ਕਰਨ ਤੋਂ ਬਾਅਦ ਲਿਖਦੇ ਆ, ਮਤਲਬ ਹਵਾ 'ਚ ਨਹੀਂ ਲਿਖਦੇ। ਅਤੇ ਕੋਈ ਵੀ ਗੱਲ ਹੈ ਉਹ ਤੁਹਾਨੂੰ ਹਰਪ੍ਰੀਤ ਸਿੰਘ ਦੇਵਗਨ ਭਾਜੀ, ਉਦੋਖੇ ਸਾਹਿਬ ਜਾਂ ਮਨਦੀਪ ਭਾਜੀ ਤੋਂ ਤੁਹਾਨੂੰ ਪਤਾ ਲੱਗੇ ਤਾਂ ਉਹੀ ਗੱਲ ਐਕਚੁਅਲ 'ਚ ਹੈਗੀ ਹੈ। ਅਤੇ ਮੇਰੀ ਜਦੋਂ ਗੱਲ ਹੋਈ, ਮੈਂ ਉਸ ਗੱਲ 'ਤੇ ਆਉਣਾ। ਸਾਡਾ ਜਦੋਂ ਸ਼ੰਭੂ ਮੋਰਚਾ, ਜਦੋਂ ਵੀ ਆਪਾਂ ਪਹਿਲੇ ਦਿਨ ਤੋਂ ਹੀ ਕਿਸੇ ਨੇ ਵੀ ਨੈਗੇਟਿਵ ਗੱਲ ਨਹੀਂ ਕੀਤੀ, ਖਾਸ ਕਰ ਦੀਪ ਬਾਈ ਦੇ ਉੱਤੇ ਇੰਨੇ ਜ਼ਿਆਦਾ ਲੋਕਾਂ ਨੇ ਨੈਗੇਟਿਵ ਬੋਲਿਆ ਵੀ, ਬਕਵਾਸ ਕੀਤੀ, ਤਾਂ ਵੀ ਉਹਨੇ, ਮਤਲਬ ਉਹਦੀ ਆਦਤ ਸੀਗੀ, ਉਹਨੇ ਹੱਸ ਕੇ ਟਾਲ ਦੇਣਾ ਹੁੰਦਾ ਸੀ ਕਿ ਕੋਈ ਗੱਲ ਨਹੀਂ, ਬੋਲਣ ਦਿਓ ਯਾਰ। ਕਿਸਾਨ ਆਗੂਆਂ ਬਾਰੇ ਵੀ ਉਹਨੇ ਕਦੀ ਨੈਗੇਟਿਵ ਨਹੀਂ ਬੋਲਿਆ। ਉਹਨੇ ਹਮੇਸ਼ਾ ਹੀ ਬੋਲਦਾ ਸੀ ਕਿ ਮੈਂ ਸਿਰਫ ਇਸ ਕਰਕੇ ਹਾਂ ਕਿ ਮੈਂ ਕੋਈ ਇਸ ਅੰਦੋਲਨ ਨੂੰ ਵੇਚ ਨਾ ਦੇਵੇ, ਨਕੇਲ ਪਾਉਣ ਨੂੰ ਆ ਇੱਕ ਕਿਸਮ ਦਾ। ਅਤੇ ਉਹੀ ਉਸ ਦਾ ਕੰਮ ਸੀਗਾ, ਉਹੀ ਉਹ ਕਰਦਾ ਰਿਹਾ, ਉਹੀ ਉਹ ਅੱਜ ਵੀ ਕਰ ਰਿਹਾ। ਅਤੇ ਨੈਗੇਟਿਵ ਅੱਜ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਨੈਗੇਟਿਵ ਨਾ ਕੁਛ ਮੇਰੇ ਮੂੰਹੋਂ ਨਿਕਲੇ, ਬਟ ਕਈ ਵਾਰੀ ਸੱਚ ਦੱਸਣਾ ਵੀ ਜ਼ਰੂਰੀ ਹੋ ਜਾਂਦਾ। ਅਤੇ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੇਰੇ ਮੂੰਹੋਂ ਇਹੋ ਜਿਹੀ ਕੋਈ ਗੱਲ ਨਾ ਨਿਕਲੇ ਜਿਹੜੀ ਕਿਸੇ ਨੂੰ ਨਾ ਚੰਗੀ ਲੱਗੇ। ਜਦੋਂ ਅਸੀਂ ਕਿਸੇ ਦੇ ਨੈਗੇਟਿਵ ਬੋਲਦੇ ਹਾਂ ਜਾਂ ਕਿਸੇ ਦੇ ਵੀ ਬਾਰੇ, ਤਾਂ ਅਸੀਂ ਮੁੱਦੇ ਤੋਂ ਹਟ ਜਾਂਦੇ ਹਾਂ। ਸਰਕਾਰ ਨੇ ਆਹੀ ਕੀਤਾ ਹੁਣੇ ਵੀ, ਜਿਹੜਾ 26 ਜਨਵਰੀ ਨੂੰ ਹੋਇਆ, ਉਹਨਾਂ ਨੇ ਮੁੱਦੇ ਤੋਂ ਭਟਕਾ ਦਿੱਤਾ। ਯੂਥ ਨੂੰ ਉੱਥੋਂ ਹਟਾਉਣਾ ਸੀਗਾ, ਦੀਪ ਬਾਈ ਹਟੇ, ਵਜ੍ਹਾ ਜਿੱਦਾਂ ਵੀ ਜੋ ਵੀ ਪ੍ਰੋਸੈਸ ਹੋਇਆ, ਲੱਖਾ ਬਾਈ ਉੱਥੋਂ ਹਟੇ। ਇਹਨਾਂ ਦੀ ਵਜ੍ਹਾ ਨਾਲ ਪੂਰਾ ਯੂਥ ਜਿਹੜਾ ਉੱਥੋਂ ਦੀ ਕਿਸਾਨ ਮੋਰਚੇ ਤੋਂ ਹਟ ਗਿਆ। ਸੋਸ਼ਲ ਮੀਡੀਆ ਤੋਂ ਬਹੁਤ ਫਰਕ ਪੈ ਗਿਆ, ਬਟ ਕੋਈ ਫਰਕ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਦੋਨੋਂ ਸ਼ੇਰ ਜਿਹੜੇ ਹੈਗੇ ਆ ਇਹ ਵਾਪਸ ਹੋਣਗੇ ਜਲਦੀ ਵਾਪਸ ਉਸ 'ਤੇ। ਇਹ ਦੋਨਾਂ ਦਾ ਕੰਮ ਜਿਹੜਾ, ਕੋਈ ਕਿਸਾਨ ਅੰਦੋਲਨ ਨੂੰ ਵੇਚੇ ਨਾ, ਇਹ ਅਜੇ ਵੀ ਪੂਰੀ ਡਟ ਕੇ ਆਪਣਾ ਪਹਿਰਾ ਦੇ ਰਹੇ ਨੇ। ਅਤੇ ਮੇਰੀ ਜਦੋਂ ਮੁਲਾਕਾਤ ਹੋਈ ਤਾਂ ਕਾਫੀ ਦੇਰ, ਕਰੀਬ 45 ਮਿੰਟ ਅਸੀਂ ਗੱਲਬਾਤ ਕਰਦੇ ਰਹੇ। ਅਤੇ ਮੈਂ ਜਿੱਦਾਂ ਜਾਂਦੇ ਹੀ ਮਜ਼ਾਕ 'ਚ ਭਾਜੀ ਨੂੰ ਪੁੱਛਿਆ, ਮੈਂ ਕਿਹਾ ਭਾਜੀ ਦਿਲ ਲੱਗ ਗਿਆ? ਤਾਂ ਹੱਸਣ ਲੱਗ ਗਏ ਜ਼ੋਰ ਜ਼ੋਰ ਦੀ, ਕਹਿੰਦੇ ਯਾਰ ਮੈਂ ਜੇਲ੍ਹ 'ਚ ਹੈਗਾ। ਅਤੇ ਮੈਂ ਕਿਹਾ ਉਹ ਤਾਂ ਵੀ ਦਿਲ ਲੱਗਿਆ ਨਹੀਂ ਲੱਗਿਆ? ਕਹਿੰਦੇ ਦਿਲ ਲੱਗ ਗਿਆ, ਵਧੀਆ ਲੋਕ ਨੇ। ਕੋਈ ਇਹਨਾਂ ਦੇ ਜਿਹੜਾ ਇਹਨਾਂ ਦੇ 7 ਨੰਬਰ 'ਚ ਨੇ, ਅਤੇ 7 ਨੰਬਰ ਵਿੱਚ ਸਾਫ ਸੁਥਰੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਰੱਖਿਆ ਜਾਂਦਾ। ਕੋਈ ਮਨਿਸਟਰ ਹੈ ਅਸਾਮ ਦਾ, ਸ਼ਾਇਦ ਬੰਗਾਲ ਦਾ, ਕਹਿੰਦੇ ਕੋਈ ਮਨਿਸਟਰ ਹੈ ਉਹ ਪੰਜਾਬੀ ਹੈਗਾ ਭਾਵੇਂ ਬੰਗਾਲ ਦਾ, ਬਟ ਉਹਦੇ ਨਾਲ ਦਿਲ ਲੱਗਿਆ ਰਹਿੰਦਾ। ਕੁਛ IPS ਆਫਿਸਰ ਨੇ, ਕੋਈ IAS ਆਫਿਸਰਸ ਨੇ, ਔਰ
ਚੰਡੀਗੜ੍ਹ ਇੱਕ ਕੰਪਨੀ ਹੁੰਦੀ ਸੀਗੀ ਪਰਲ, ਉਹਨਾਂ ਦੇ ਮੇਨ ਜਿਹੜੇ ਨੇ ਉਹ ਵੀ ਉੱਥੇ ਹੀ ਨੇ, ਉਹਨਾਂ ਦੇ ਨਾਲ ਹੀ ਹੁੰਦੇ। ਕਹਿੰਦੇ ਫਿਰ ਮੈਂ ਕਾਫੀ ਪੜ੍ਹਦਾ ਰਹਿਣਾ, ਲਿਖਦਾ ਰਹਿਣਾ, ਕਾਫੀ ਮਜ਼ਾਕ 'ਚ ਵੀ ਗੱਲਾਂ ਹੁੰਦੀਆਂ ਰਹੀਆਂ। ਔਰ ਇੱਕ ਚੀਜ਼ ਮੈਂ ਸ਼ਾਰਟ ਵਿੱਚ ਇਹ ਦੱਸ ਦੇਵਾਂ ਕਿ ਬਾਈ ਦਾ ਦਬਕਾ ਜਿਹੜਾ ਉਹ ਵੀ ਉੱਥੇ ਹੀ ਓਨਾ ਹੀ ਆ। ਬਾਈ ਪੂਰੇ ਚੜ੍ਹਦੀ ਕਲਾ 'ਚ ਹੈ, ਕਿਸੇ ਵੀ ਤਰ੍ਹਾਂ ਦਾ ਢਹਿੰਦੀ ਕਲਾ ਨਹੀਂ ਹੈਗੀ, ਉਦਾਸੀ ਨਹੀਂ ਹੈਗੀ। ਉਦਾਸੀ ਕਿਸੇ ਹੋਰ ਗੱਲ 'ਤੇ ਹੈ, ਅਦਰਵਾਈਜ਼ ਉਹਨੂੰ ਕੋਈ ਬੱਬਰ ਸ਼ੇਰ ਦੀ ਤਰ੍ਹਾਂ ਹੀ ਆ, ਉਹ ਚੜ੍ਹਦੀ ਕਲਾ 'ਚ ਹੈ। ਔਰ ਦਬਕਾ ਵੀ ਪੂਰਾ ਹੀ ਹੈ। ਇਸ ਗੱਲ ਨੂੰ ਮੈਂ ਇਹ ਬੋਲਿਆ ਕਿ ਸ਼ਾਰਟ ਵਿੱਚ ਮੈਂ ਬੋਲਾਂਗਾ, ਇੱਕ ਹੀ ਲਾਈਨ ਦੇ ਵਿੱਚ ਬੋਲਾਂਗਾ ਕਿ ਦਬਕਾ ਪੂਰਾ ਹੈ। ਹੁਣ ਇਹ ਕਿੱਦਾਂ ਹੈ ਮੈਂ ਨਹੀਂ ਬੋਲ ਸਕਦਾ, ਮੇਰੇ ਲਈ ਪ੍ਰੋਬਲਮ ਖੜੀ ਹੋ ਜਾਣੀ ਕੈਮਰੇ 'ਤੇ ਅਗਰ ਮੈਂ ਬੋਲਿਆ ਕਿ ਮੈਂ ਕੀ ਉੱਥੇ ਕਿੱਦਾਂ ਦਬਕੇ ਵਾਲੀ ਗੱਲ ਮੈਂ ਤੁਸੀਂ ਸਮਝ ਜਾਓ। ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਫਿਰ ਸੀਰੀਅਸ ਗੱਲਾਂ ਵੀ ਹੋਈਆਂ। ਤਾਂ ਕਹਿੰਦੇ ਭਾਜੀ ਮਜ਼ਾ ਨਹੀਂ ਆਇਆ, ਜਿੱਦਾਂ ਪੰਜਾਬੀਆਂ ਨੇ ਜਿੰਨਾ ਕੁਛ 26 27 28 29 30 31 ਜੋ ਵੀ ਸੀਗਾ ਸਟੇਜਾਂ ਤੋਂ ਬੋਲ ਦਿੱਤਾ, ਉੱਥੇ ਉਦਾਸ ਹੋ ਗਏ। अब मैं स्टेटस पाया कि यार वो बंदा क्यों है, दीप सिद्धू भाई जेल च क्यों है, उन्हें कुटमार की है, उन्होंने मर्डर किया, उन्हें रेप किया, उन्हें डकैती मारी है। ये उन्हें पूछा ही मैनू, कहना भाजी मैं क्यों है यार जेल में, की मेरा ये लैवल है, कि ये मेरा स्टैंडर्ड है। हिंदुस्तान दियां टॉप दियां एजेंसियां, क्राइम ब्रांच, रॉ, ਇਹੋ ਜਿਹੀ ਏਜੰਸੀਆਂ ਨੂੰ ਮੈਂ ਝੇਲ ਰਿਹਾ, ਜੇਲ੍ਹ 'ਚ ਬੈਠਾ ਹੋਇਆ। ਦੇਸ਼ ਦਾ ਪ੍ਰਧਾਨ ਮੰਤਰੀ, ਹੋਮ ਮਿਨਿਸਟਰ, ਉਸ ਨੂੰ ਡਾਇਰੈਕਟ ਰਿਪੋਰਟਿੰਗ ਹੁੰਦੀ ਹੈ ਇਸ ਕੇਸ ਦੀ। ਤੇ ਪੰਜਾਬ ਕਹਿੰਦੇ ਯਾਰ ਮੈਂ ਜੇਲ੍ਹ 'ਚ ਕਿਉਂ ਆ, ਮੈਂ ਡਾਕਾ ਮਾਰਿਆ, ਮੈਂ ਕਿਸੇ ਕੁੜੀ ਨੂੰ ਛੇੜਿਆ, ਮੈਂ ਮਰਡਰ ਕੀਤਾ, ਮੈਂ ਕੀ ਕੀਤਾ, ਮੈਂ ਕਿਉਂ ਆ। ਇਸ ਦਾ ਜਵਾਬ ਜਿਹੜਾ ਸੀ ਮੇਰੇ ਕੋਲ ਨਹੀਂ ਸੀਗਾ। ਤੁਸੀਂ ਸੋਚੋ ਯਾਰ, ਪਰਚੇ ਤਾਂ ਹੋਰਾਂ ਕਈਆਂ ਤੇ ਵੀ ਹੋਏ ਆ, ਪਰ ਲੱਭ ਪੁਲਿਸ ਸਿਰਫ ਲੱਖੇ ਬਾਈ ਨੂੰ ਰਹੀ ਹੈ। ਬਾਕੀ ਤਾਂ ਹਵਾਈ ਜਹਾਜ਼ਾਂ 'ਚ ਵੀ ਘੁੰਮ ਰਹੇ ਨੇ, ਉਹਨਾਂ ਦੇ ਵੀ ਪਰਚੇ ਆ, ਉਹਨਾਂ ਨੂੰ ਕੋਈ ਫੜਦਾ ਨਹੀਂ। ਕਿਉਂ ਨਹੀਂ ਫੜਦਾ ਬਈ? ਜਿਹਨੂੰ ਉਹ ਸਰਕਾਰ ਦਾ ਬੀਜੇਪੀ ਦਾ ਬੰਦਾ ਦੱਸਦੇ ਸੀਗੇ ਉਹ ਜੇਲ੍ਹ 'ਚ ਹੈ। ਦੀਪ ਬਾਈ ਨੇ ਕਿਸਾਨ ਆਗੂਆਂ ਨੂੰ ਪਹਿਲਾਂ ਵੀ ਕਦੀ ਗਲਤ ਨਹੀਂ ਬੋਲਿਆ, ਪਰ ਕਿਸਾਨ ਆਗੂ ਹਮੇਸ਼ਾ ਇਹ ਕਹਿੰਦੇ ਰਹੇ ਕਿ ਬਈ ਸਾਨੂੰ 40 ਸਾਲ ਦਾ ਐਕਸਪੀਰੀਅੰਸ ਹੈ। ਜਦ ਮੁੰਡੇ ਫੜੇ ਗਏ ਤਾਂ ਉਹਨਾਂ ਦਾ ਇਹ ਜਵਾਬ ਸੀਗਾ ਕਿ ਸਰਕਾਰ ਜਾਣੇ ਤੇ ਉਹ ਜਾਣਨ। ਕੋਈ ਨਾ, ਤੁਸੀਂ ਸੋਚਿਓ ਕੱਲ ਨੂੰ ਦੇਸ਼ ਨੂੰ, ਕੌਮ ਨੂੰ ਜੇ ਲੋੜ ਪਈ ਤਾਂ ਕੀ ਪਹਿਲਾਂ ਲੋਕੀ ਹਿਸਾਬ ਲਾ ਲੈਣ। ਪੰਜਾਬ ਦੇ ਬਹੁਤ ਵੱਡੇ ਪੱਤਰਕਾਰ ਨੇ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਕ੍ਰਾਈਮ ਬ੍ਰਾਂਚ ਕਈ ਦਿਨ, ਕਈ ਘੰਟੇ ਬੈਠੇ ਰਹੇ। ਔਰ ਇੱਕ ਦਿਨ ਮੈਨੂੰ ਕਹਿੰਦੇ ਭਾਜੀ ਮੈਂ ਨਾ ਡਰਦਾ ਹੀ ਨਹੀਂ ਸੀ ਸਵਾਲ ਕਰਨ ਲੱਗੇ। ਆ ਪੂਰੇ ਕਿਸਾਨੀ ਸੰਘਰਸ਼ ਵਿੱਚ ਉਸ ਬੰਦੇ ਦਾ ਬਹੁਤ ਵੱਡਾ ਯੋਗਦਾਨ ਹੈ। ਕਹਿੰਦਾ ਮੈਂ ਡਰਦਾ ਹੀ ਨਹੀਂ ਸੀ, ਲੇਕਿਨ ਕਹਿੰਦਾ ਜਦ ਇੱਥੇ ਮੈਨੂੰ ਆਉਣਾ ਪਿਆ ਤਾਂ ਮੇਰੇ ਪਿੱਛੇ ਕੌਣ ਹੈ? ਇੱਕ ਬੰਦਾ ਵੀ ਨਹੀਂ। ਇੱਕ ਬੰਦਾ ਵੀ ਨਹੀਂ। ਔਰ ਕਿਸਾਨ ਆਗੂ ਕਹਿੰਦੇ ਨੇ ਕਿ ਸਰਕਾਰ ਜਾਣੇ ਤੇ ਉਹ ਜਾਣਨ। ਮੈਂ ਮਾਫੀ ਮੰਗਦੇ ਹੋਏ ਇੱਕ ਗੱਲ ਕਹਾਂਗਾ, ਮੈਂ ਨੈਗੇਟਿਵ ਨਹੀਂ ਬੋਲਦਾ, ਪਰ ਮੈਂ ਇੱਕ ਐਗਜ਼ਾਮਪਲ ਦਿੰਦਾ ਵਾਂ। 40 ਸਾਲ ਦਾ ਐਕਸਪੀਰੀਅੰਸ, ਜੇ 40 ਸਾਲ ਦਾ ਐਕਸਪੀਰੀਅੰਸ ਹੈ, ਖੱਟਿਆ ਕੀ? ਜੇ ਉਹਨਾਂ 40 ਸਾਲ ਦੇ ਐਕਸਪੀਰੀਅੰਸ ਦੇ ਵਿੱਚੋਂ ਅਸੀਂ ਕੁਝ ਖੱਟਿਆ ਹੁੰਦਾ ਤਾਂ ਅੱਜ ਇਹ ਮੋਰਚਾ ਲਾਉਣ ਦੀ ਲੋੜ ਹੀ ਨਾ ਪੈਂਦੀ। ਜੇ 10ਵੀਂ ਕਲਾਸ ਚੋਂ, ਮੈਂ ਮਾਫੀ ਚਾਹੁੰਦੇ ਹੋਏ ਇਹ
एग्जाम्पल देन लग्या, जे 10वीं क्लास च कोई बंदा 10 वारी फेल होया होवे ਤਾਂ ਉਹ ਨਵੀਂ ਕਲਾਸ ਜਿਹੜੀ ਆਉਂਦੀ ਆ ਉਹਨਾਂ ਵਾਸਤੇ ਸੀਨੀਅਰ ਨਹੀਂ ਹੋ ਜਾਂਦਾ ਜਾਂ ਉਹਨਾਂ ਵਾਸਤੇ ਸਿਆਣਾ ਨਹੀਂ ਹੋ ਜਾਂਦਾ। ਹਾਂ, ਉਹਨੂੰ ਕਾਲਜ ਦੀ ਮੈਨੇਜਮੈਂਟ ਬਾਰੇ ਜ਼ਿਆਦਾ ਪਤਾ ਹੋਏਗਾ ਕਿ ਪਹਿਲਾਂ ਇਹ ਮੈਨੇਜਰ ਹੁੰਦਾ ਸੀਗਾ, ਫਿਰ ਉਹਦੇ ਬਾਅਦ ਇਹ ਪ੍ਰਿੰਸੀਪਲ ਹੁੰਦਾ ਸੀ, ਇਹੋ ਜਿਹੀ ਜਾਣਕਾਰੀ ਹੋ ਸਕਦਾ ਉਹਨੂੰ ਜ਼ਿਆਦਾ ਹੋਵੇ, ਲੇਕਿਨ ਪੜ੍ਹਾਈ ਵਿੱਚ ਉਸ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਉਹ 10ਵੀਂ 'ਚ ਨਹੀਂ ਬੈਠਿਆ ਹੁੰਦਾ, 10 ਸਾਲ ਪਹਿਲਾਂ ਹੀ ਪਾਸ ਹੋ ਗਿਆ ਹੁੰਦਾ। 10ਵੀਂ 'ਚ ਅੱਜ ਜਿਹੜੇ 9ਵੀਂ ਦੇ ਨਵੇਂ ਪਾਸ ਹੋ ਕੇ ਆਏ ਨਾ ਉਹ ਜ਼ਿਆਦਾ ਸਿਆਣੇ ਨੇ, ਉਹ ਪਾਸ ਹੋ ਕੇ ਨਿਕਲ ਜਾਣਗੇ, ਉਹ 11ਵੀਂ 'ਚ ਆ ਜਾਣਗੇ, 10ਵੀਂ ਵਾਲੇ ਫਿਰ 10ਵੀਂ 'ਚ ਰਹਿ ਜਾਣਗੇ। ਲੇਕਿਨ 10ਵੀਂ ਵਾਲੇ ਇਹ ਬੋਲਦੇ ਪਏ ਨੇ ਜਾਂ ਇਹ ਦਰਸਾਉਂਦੇ ਪਏ ਨੇ ਕਿ ਸਾਨੂੰ ਜ਼ਿਆਦਾ ਪਤਾ ਹੈ। ਇਸ ਐਗਜ਼ਾਮਪਲ ਨੂੰ ਨੈਗੇਟਿਵ ਤਰੀਕੇ 'ਚ ਨਾ ਲਿਓ, ਪੋਜ਼ਿਟਿਵ ਤਰੀਕੇ 'ਚ ਲਿਓ, ਲੇਕਿਨ ਹੈ ਸੱਚ। ਵੱਜਣਾ ਗਿੱਟਿਆਂ 'ਚ ਹੈ ਸੱਚ, ਲੱਗਣਾ ਬੁਰਾ ਹੈ ਸੱਚ। ਮੈਂ ਪਹਿਲਾਂ ਕਿਹਾ ਸੀ ਅਸੀਂ ਨੈਗੇਟਿਵ ਬੋਲਣਾ ਨਹੀਂ ਚਾਹੁੰਦੇ, ਲੇਕਿਨ ਕਿਉਂਕਿ ਧਿਆਨ ਹਟਦਾ, ਹੁਣ ਤਾਂ ਧਿਆਨ ਹਟਿਆ ਹੀ ਹੋਇਆ। ਸੱਚ ਬੋਲਣਾ ਵੀ ਜ਼ਰੂਰੀ ਹੋ ਜਾਂਦਾ। ਯਾਰ ਮੁੰਡੇ ਜੇਲ੍ਹਾਂ 'ਚ ਆ ਗਏ, ਪਿੱਛੇ ਕੋਈ ਨਹੀਂ ਆਇਆ, ਗੁਰਦੁਆਰਾ ਕਮੇਟੀ ਉਹਨਾਂ ਵਾਸਤੇ ਲੜਦੀ ਰਹੀ। ਆ ਮੋਰਚੇ ਵਾਲਿਆਂ ਦਾ ਫਰਜ਼ ਨਹੀਂ ਬਣਿਆ? ਨਵਰੀਤ ਦੇ ਮੂੰਹ ਤੇ ਗੋਲੀ ਮਾਰ ਦਿੱਤੀ ਗਈ, ਇਕਲੌਤਾ ਬੱਚਾ, ਨਵਾਂ ਵਿਆਹ ਹੋਇਆ ਉਹਦਾ, ਆਸਟ੍ਰੇਲੀਆ ਦੀ ਜ਼ਿੰਦਗੀ ਛੱਡ ਕੇ ਆ ਗਿਆ, ਔਰ ਉਸਦੇ ਫੈਮਿਲੀ ਨੂੰ ਸੁਣਨਾ ਕੀ ਪਿਆ ਹੋਣਾ ਕਿ ਉਹ ਜਾਣੇ ਤੇ ਸਰਕਾਰ ਜਾਣੇ ਤੇ ਉਹ ਜਾਣਨ। ਨਵਰੀਤ ਵਰਗਿਆਂ ਦੇ ਲਈ ਤਾਂ ਅਸੀਂ ਪੈਰ ਦੀ ਧੂੜ ਵੀ ਨਹੀਂ ਉਹਨਾਂ ਦੇ। ਉਹਨਾਂ ਦੇ ਸਦਕੇ ਉਹ ਜੱਗੀ ਜਿਹੜਾ ਜਕਾਰੇ ਲਾ ਗਿਆ ਸਿਰ ਫਟਣ ਦੇ ਬਾਅਦ ਵੀ, ਉਹਦੇ ਸਦਕੇ ਯੋਧੇ ਹੋਰ ਆਉਂਦੇ ਰਹਿਣਗੇ। ਦੀਪ ਸਿੱਧੂ ਦੇ ਪੁੱਛਣ ਤੇ ਯਾਰ ਮੈਂ ਕਿਉਂ ਅੰਦਰ, ਮੇਰੇ ਕੋਲ ਜਵਾਬ ਨਹੀਂ ਸੀਗਾ। ਸੱਚ ਇਹ ਹੈ ਕਿ ਉਹ ਸਾਡੇ ਕਰਕੇ ਅੰਦਰ ਹੈ। ਇਹ 40 ਸਾਲ ਦੇ ਐਕਸਪੀਰੀਅੰਸ ਜਿਹੜੇ ਸੀਗੇ ਨਾ, ਉਹ 40 ਸਾਲ ਦਾ ਐਕਸਪੀਰੀਅੰਸ ਨਾ ਰੱਖ ਕੇ, ਉਹ 10ਵੀਂ 'ਚ 10 ਵਾਰ ਫੇਲ ਹੋਇਆ ਸਟੂਡੈਂਟ ਅਗਰ ਨਾ ਹੁੰਦਾ ਨਾ, ਉਹ 9ਵੀਂ ਵਾਲੇ ਸਟੂਡੈਂਟ ਨੇ ਡਿਸੀਜਨ ਲਿੱਤਾ ਹੁੰਦਾ ਤੇ ਲਾਲ ਕਿਲੇ ਤੇ ਹੀ ਮੋਰਚਾ ਲੱਗ ਗਿਆ ਹੁੰਦਾ, ਤੇ ਫਿਰ ਮੁੰਡਿਆਂ ਤੇ ਪਰਚੇ ਨਹੀਂ ਹੋਣੇ ਸੀਗੇ, ਫਿਰ ਉਹ ਬਿੱਲ ਉੱਥੇ ਹੀ ਰੱਦ ਹੋ ਜਾਣੇ ਸੀ, ਫਿਰ ਨਵਰੀਤ ਦੇ ਗੋਲੀ ਨਹੀਂ ਸੀ ਵੱਜਣੀ। ਫਿਰ 28 ਨੂੰ ਆ ਗੁੰਡਿਆਂ ਨੇ ਜਿਹੜਾ ਅਟੈਕ ਕੀਤਾ ਸੀਗਾ 28 ਨੂੰ ਜਾਂ 29 ਨੂੰ, ਜਦੋਂ ਵੀ ਕੀਤਾ ਸੀ ਸਿੰਘੂ ਬਾਰਡਰ ਤੇ, ਆ ਨਹੀਂ ਹੋਣਾ ਸੀ। ਹੁਣ ਸਾਰੇ ਜਾਣੇ ਉਹਨੂੰ ਕਹਿੰਦੇ ਸੀਗੇ, ਦੀਪ ਬਾਈ ਨੂੰ ਕਹਿੰਦੇ ਸੀ ਕਿ ਇਹ ਪੋਲੀਟਿਕਸ ਆਏਗਾ, ਪੋਲੀਟਿਕਸ ਆਏਗਾ, ਤੇ ਆਪ ਇੱਥੇ ਆਸਾਮ ਬੰਗਾਲ ਘੁੰਮ ਰਹੇ ਨੇ। ਆ ਕੀ ਕਰਨ ਦੇ? ਆਪਣੀ ਪੋਲੀਟੀਕਲ ਬੈਕਗਰਾਉਂਡ ਹੀ ਬਣਾਉਣ ਦੇ ਚੱਕਰ 'ਚ ਨੇ ਨਾ। मैं नहीं सोचा सीगा मैं इदा बोलूँगा, बट बोलना सच दसना, सच ते डिस्कस करना भी जरूरी है। असीं तां भी चुप रहे जदों लंडू जे सिंगर कोई लाइव जाके उन्हें दीप बाई दे लई बहुत सारी बकवास की, असीं तां भी नहीं बोले। वक्त आने ते पुछया जाएगा उन्होंने भी, उन्होंने लंडूआ सिंगरां नूं भी। 2 टके के सिंगर जिहड़े उस समय शंभू बॉर्डर ते आके भाजी प्लीज़ 2 मिनट वास्ते बोलन दो भाजी, दीप बाई नाल फोटो करा दो, वो बाद चों बकवास करन लगे फेसबुकां उत्ते ताकि उन्होंने सबसक्राइबर मिल जाण। गाना तो उहदा मैं अज तक कोई सुनिया नहीं, आही उन्होंने को आखिरी सहारा सीगा कि इदां बोल लो। किचड़ सुट रहे थे, वो किचड़ उपर नूं सुट रहे थे, उन्होंने मूँह ते ही डिग्या।
ਦੀਪ ਬਾਈ ਨੂੰ ਤਾਂ ਕੋਈ ਫਰਕ ਪਿਆ ਨਹੀਂ ਉਹਦਾ। ਅੱਜ ਸੱਚ ਹੈ, ਪੂਰਾ ਫੇਸਬੁੱਕ ਛਾਂਟ ਕੇ ਵੇਖ ਲਓ, ਕੋਈ ਟਾਵਾਂ ਟਾਵਾਂ ਕੋਈ ਬੇਵਕੂਫ ਹੋਏਗਾ ਜੋ ਦੀਪ ਬਾਈ ਦੇ ਖਿਲਾਫ ਲਿਖਦਾ ਹੋਏਗਾ ਜਾਂ ਲੱਖੇ ਬਾਈ ਦੇ ਖਿਲਾਫ ਲਿਖਦਾ ਹੋਏਗਾ। ਕੋਈ ਬੇਵਕੂਫ ਹੀ ਹੋਏਗਾ, ਖੋਤਾ ਹੀ ਹੋਏਗਾ ਕੋਈ। ਔਰ ਉਹਨੂੰ ਵੀ ਅਗਰ ਅਕਲ ਨਹੀਂ ਆਈ ਤਾਂ ਫਿਰ ਰੱਬ ਵੀ ਉਹਦਾ ਮਾਲਿਕ ਹੈ। ਸਾਡਾ ਫਰਜ਼ ਬਣਦਾ ਕਿ ਆਪਾਂ ਦੀਪ ਬਾਈ ਦੇ ਲਈ, ਲੱਖੇ ਬਾਈ ਦੇ ਲਈ ਇਹਨਾਂ ਦੀ ਸਪੋਰਟ ਦੇ ਵਿੱਚ ਖੜੇ ਹੋਈਏ। ਜਿੰਨੀਆਂ ਜ਼ਿਆਦਾ ਤੁਸੀਂ ਪੋਸਟਾਂ ਪਾ ਸਕਦੇ ਹੋ, ਜਿੰਨਾ ਜ਼ਿਆਦਾ ਤੁਸੀਂ ਸ਼ੇਅਰਿੰਗ ਕਰ ਸਕਦੇ ਹੋ ਇਹਨਾਂ ਦੀ ਚੀਜ਼ਾਂ, ਉਹ ਕਰੋ। ਪਬਲਿਕ ਦੀ ਆਵਾਜ਼ ਜਿਹੜੀ ਹੁੰਦੀ ਆ, ਉਹ ਪ੍ਰੈਸ਼ਰ ਹੁੰਦਾ ਸਰਕਾਰ ਦੇ ਉੱਤੇ। ਇਹ ਪੰਜਾਬ ਦੇ ਯੋਧੇ ਹੈ, ਇਹਨਾਂ ਦਾ ਕੋਈ, ਇਹਨਾਂ ਦੇ ਉੱਤੇ ਬੇਵਕੂਫਾਨਾ, ਮਤਲਬ ਮੈਂ 1000 ਵਾਰੀ ਬੋਲ ਚੁੱਕਿਆ ਕਿ ਇਹਨਾਂ ਦੇ ਬਾਰੇ ਖੋਤੇ ਲੋਕ ਆ ਬੋਲਦੇ ਕਿ ਆ ਪੋਲੀਟੀਕਲ ਆਪਣਾ ਬਣਾ ਰਹੇ ਨੇ, ਕਰੀਅਰ ਬਣਾ ਰਹੇ ਹੈਗੇ। ਅਰੇ ਬਹੁਤਿਆਂ ਤੋਂ ਵਧੀਆ ਨੇ। ਹਾਲਾਂਕਿ ਇਹ ਲੋਕ ਨਹੀਂ ਬਣਾਉਣਾ ਚਾਹੁੰਦੇ। ਦੀਪ ਬਾਈ ਨੂੰ ਤਾਂ ਮੈਂ ਜਾਣਦਾ, ਉਹਦੇ ਨਹੀਂ ਬਣਾਉਣਾ ਚਾਹੁੰਦਾ, ਲੇਕਿਨ ਮੈਂ ਚਾਹੁੰਦਾ ਕਿ ਇਹੋ ਜਿਹੇ ਲੋਕ ਆਣ। ਇਹਨਾਂ ਗਧਿਆਂ ਤੋਂ ਜਿਹੜੇ ਰਾਜ ਕਰ ਰਹੇ ਨੇ, ਇਹਨਾਂ ਤੋਂ ਤਾਂ 100 ਗੁਣਾ ਵਧੀਆ ਨੇ। ਜਿਹੜੇ ਪੜ੍ਹ ਲਿਖ ਕੇ ਜਿਹੜੇ ਗੱਲ ਕਰ ਸਕਦੇ ਆ, ਜਿਹੜੇ ਪੰਜਾਬ ਦਾ ਦਰਦ ਸਮਝਦੇ, ਜੋ ਇੰਡੀਆ ਦਾ ਦਰਦ ਸਮਝਦੇ ਆ, ਜੋ ਆਮ ਬੰਦੇ ਦੀ ਗੱਲ ਕਰ ਸਕਦੇ ਆ, ਜੋ ਧਰਮਾਂ ਦੇ ਪੰਗਿਆਂ ਤੋਂ ਉੱਪਰ ਉੱਠੇ ਹੋਏ ਆ। ਇੱਕ ਹੋਰ ਗੱਲ ਮੈਨੂੰ ਯਾਦ ਆਈ, ਗੱਲ ਕਰਦੇ ਕਰਦੇ ਦੀਪ ਬਾਈ ਦੇ ਨਾਲ ਉਹਨੇ ਇੱਕ ਗੱਲ ਮੈਨੂੰ ਬੋਲੀ, ਕਹਿੰਦਾ ਯਾਰ ਕਿ ਜਦੋਂ ਇਹ ਲੋਕ ਮੈਨੂੰ ਸੌਣ ਨਹੀਂ ਦਿੰਦੇ ਸੀਗੇ, ਹਾਲਾਂਕਿ ਕਹਿੰਦੇ ਬਾਬੇ ਦੀ ਇੰਨੀ ਕਿਰਪਾ ਸੀਗੀ, ਕਿਸੇ ਨੇ ਓਏ ਕਰਕੇ ਵੀ ਨਹੀਂ ਬੋਲਿਆ, ਪੂਰੀ ਰਿਸਪੈਕਟ ਨਾਲ ਬੋਲੇ, ਕਿਉਂਕਿ ਉਹਦਾ ਬੈਕਗਰਾਊਂਡ ਇੰਨਾ ਪੜ੍ਹਿਆ ਲਿਖਿਆ ਬੰਦਾ। ਤਾਂ ਏਜੰਸੀਆਂ ਵਾਲੇ ਵੀ ਮੰਨਦੇ ਸੀਗੇ ਕਿ ਐਡਾ ਪੜ੍ਹਿਆ ਲਿਖਿਆ, ਕਿ ਉਹਨਾਂ ਕੋਲ ਇੰਨਾ ਪੜ੍ਹਿਆ ਲਿਖਿਆ ਬੰਦਾ ਨਹੀਂ ਹੈਗਾ, ਉਹਨਾਂ ਦੇ ਵਿੱਚ ਵੀ ਇੰਨਾ ਪੜ੍ਹਿਆ ਲਿਖਿਆ ਬੰਦਾ ਨਹੀਂ ਹੈ। ਕਹਿੰਦੇ ਮੈਨੂੰ ਕਿਸੇ ਨੇ ਵੀ ਓਏ ਕਰਕੇ ਵੀ ਨਹੀਂ ਬੋਲਿਆ। ਸ਼ੁਰੂ 'ਚ ਮੈਨੂੰ ਟੌਰਚਰ ਬਹੁਤ ਕੀਤਾ, ਸੌਣ ਨਹੀਂ ਦਿੰਦੇ ਸੀਗੇ 2-3 ਦਿਨ, ਕਿਉਂਕਿ ਨੀਂਦ ਤੋਂ ਬੰਦਾ ਜਿਹੜਾ ਮੈਂਟਲੀ ਜਿਹੜਾ ਉਹ ਬਹੁਤ ਡਿਸਟਰਬ ਹੁੰਦਾ। ਤੇ ਉਸ ਸਮੇਂ ਉਹ ਕਹਿੰਦਾ ਯਾਰ ਲਿਖਵਾ ਲਓ ਮੇਰੇ ਕੋਲੋਂ ਜੋ ਲਿਖਵਾਉਣਾ ਤੁਸੀਂ। ਪਰ ਇਹ ਬੰਦਾ ਉਸ ਸਮੇਂ ਵੀ ਇਹਨੇ ਕੋਈ ਕਿਸੇ ਦਾ ਨਾਮ ਕੁਛ ਨਹੀਂ ਇਹਨੇ ਬੋਲਿਆ। ਜਿਹੜੇ ਉਹਨਾਂ ਨੇ ਜਿੱਦਾਂ ਹਰਪ੍ਰੀਤ ਬਾਈ ਹੈਗੇ, ਇਹ ਵੀ ਡੇਟਾ ਭੁਗਤ ਰਹੇ ਨੇ, ਇਹ ਵੀ ਇਨਕੁਆਇਰੀ ਦੇ ਵਿੱਚ ਇਹਨਾਂ ਨੂੰ ਬਾਰ-ਬਾਰ ਬੁਲਾਇਆ ਜਾਂਦਾ, ਕਈ ਘੰਟੇ, ਇੱਕ ਕਿਸਮ ਦਾ ਤਸੀਹੇ ਇਹ ਝੇਲ ਰਹੇ ਨੇ। ਇਹਨਾਂ ਦੀ ਗੱਡੀ ਵੀ ਉੱਥੇ ਬੰਦ ਹੈ, ਐਂਡੇਵਰ, ਜਿਹੜੀ ਉਸ ਦਿਨ ਦੀਪ ਬਾਈ ਜਿਸ 'ਚ ਬਹਿ ਕੇ ਗਏ। ਤੇ ਲੇਕਿਨ ਦੀਪ ਬਾਈ ਨੇ ਕਿਸੇ ਦਾ ਵੀ ਨਾਮ ਨਹੀਂ ਬੋਲਿਆ, ਕਿ ਉਹਨੇ ਕਹਿੰਦਾ ਕਿ ਮੈਂ ਇਕੱਲਾ ਸੀਗਾ। ਕਹਿੰਦੇ ਮੇਰੇ ਨਾਲ ਇਹ ਜ਼ਿਆਦਾ ਸੀਗਾ ਕਿ ਇਹਨਾਂ ਨੂੰ ਭਿੰਡਰਾਂ ਵਾਲੇ ਉੱਤੇ ਇਹ ਗੱਲ ਕਰਦੇ ਸੀ ਕਿ ਤੂੰ ਭਿੰਡਰਾਂ ਵਾਲੇ ਦੀ ਗੱਲ ਕਰਦਾ। ਕਹਿੰਦਾ ਹਾਂ ਕਰਦਾ। ਕਹਿੰਦਾ ਮੈਂ ਡਿਟੇਲ 'ਚ ਕਈ ਦਿਨ ਲਾ ਕੇ ਏਜੰਸੀਆਂ ਨੂੰ, ਧਿਆਨ ਨਾਲ ਸੁਣਿਓ, ਕਹਿੰਦਾ ਮੈਂ ਕਈ ਦਿਨ ਲਾ ਕੇ ਏਜੰਸੀਆਂ ਨੂੰ ਇਹ ਕਨਵਿੰਸ ਕੀਤਾ ਕਿ ਭਿੰਡਰਾਂ ਵਾਲਾ ਗਲਤ ਨਹੀਂ ਸੀ। ਉਸ ਨੂੰ ਵਿਕਟਮਾਈਜ਼ ਕੀਤਾ ਗਿਆ, ਉਸ ਨੂੰ ਬਦਨਾਮ ਕੀਤਾ ਗਿਆ। ਮੀਡੀਆ ਕਿੱਦਾਂ ਯੂਜ਼ ਹੋਇਆ। ਅੱਜ ਜਿੱਦਾਂ ਇਹ ਸਰਕਾਰ ਕਰਦੀ, ਉਸ ਸਮੇਂ ਇੰਦਰਾ ਸਰਕਾਰ ਇੱਦਾਂ ਕਰਦੀ ਸੀ। ਉਹਨੇ ਕਦੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ। ਕੋਈ ਇੱਕ ਸਟੇਟਮੈਂਟ ਨਹੀਂ ਹੈਗੀ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੇ ਇੱਕ ਵੀ ਸਟੇਟਮੈਂਟ ਦਿੱਤੀ ਹੋਏ ਕਿਸੇ ਹੋਰ ਧਰਮ ਦੇ ਖਿਲਾਫ। ਉਹਨਾਂ ਦੇ ਹੱਕ ਵਿੱਚ ਬੋਲਿਆ ਹੋਇਆ। ਇਹੋ ਜਿਹੀਆਂ ਬੜੀਆਂ ਨੇ। ਤੁਹਾਡੇ ਕੋਲੋਂ ਵੀ ਕਿਸੇ ਕੋਲ ਐਸੀ ਕੋਈ ਸਟੇਟਮੈਂਟ ਹੋਵੇ ਮੈਨੂੰ ਜ਼ਰੂਰ ਭੇਜਿਓ, ਕਿਉਂਕਿ ਮੈਂ ਕਈ ਵਾਰੀ ਸ਼ਰਤਾਂ ਲਾ ਚੁੱਕਿਆ, ਕਿਸੇ ਕੋਲ ਨਹੀਂ ਹੈਗੀ। ਉਹਨਾਂ ਨੂੰ ਵੀ ਜਿੱਦਾਂ ਬਦਨਾਮ ਕੀਤਾ ਗਿਆ। ਕਹਿੰਦੇ ਮੈਂ, ਦੀਪ ਬਾਈ ਕਹਿੰਦਾ ਮੈਂ ਏਜੰਸੀਆਂ ਦੇ ਨੂੰ ਲੈ ਕੇ ਬਹਿ ਕੇ ਉਹਨਾਂ ਨੂੰ ਪੂਰਾ ਕਨਵਿੰਸ ਕਰਵਾਇਆ, ਫਿਰ ਉਹ ਮੰਨੇ ਕਿ ਹਾਂ ਯਾਰ ਤੂੰ ਸਹੀ ਬੋਲਦਾ, ਉਹ ਬੰਦਾ ਤੇ ਗਲਤ ਨਹੀਂ ਸੀਗਾ। ਤੇ ਉਹਦੇ ਇੱਦਾਂ ਹੀ ਸਰਕਾਰਾਂ ਦੇ ਹੱਥੇ ਚੜ੍ਹ ਕੇ ਬਦਨਾਮ ਕੀਤਾ ਗਿਆ। ਹੁਣ ਮੈਂ ਫਾਈਨਲ ਜਿਹੜੀ ਸ਼ਾਇਦ ਹੁਣ ਤੱਕ ਫਾਈਨਲ ਸਾਡਾ ਹੋਇਆ ਨਹੀਂ ਹੈ ਕਿ ਅਸੀਂ 2 ਅਪ੍ਰੈਲ ਨੂੰ ਦੀਪ ਸਿੱਧੂ ਭਾਈ ਦਾ ਜਨਮ ਦਿਨ ਹੈਗਾ। ਇਹ ਆਉਣ ਵਾਲੀ 2 ਤਰੀਕ ਨੂੰ
ਤੇ ਉਸ ਦਿਨ ਸ਼ਾਇਦ ਜਿੱਥੋਂ ਗੱਲ ਸ਼ੁਰੂ ਹੋਈ ਸੀ ਸ਼ੰਭੂ ਮੋਰਚੇ ਤੇ ਹੀ ਇੱਕ ਵੱਡਾ ਧਰਨਾ ਲਾਉਣ ਦੀ ਪਲਾਨ ਕਰ ਰਹੇ ਹਾਂ। ਹਾਲੇ ਫਾਈਨਲ ਨਹੀਂ ਹੋਇਆ, ਜਦੋਂ ਫਾਈਨਲ ਹੋਏਗਾ ਤੇ ਹਰਪ੍ਰੀਤ ਭਾਈ ਦੇ ਉੱਥੋਂ ਪੇਜ ਤੋਂ ਜਾਂ ਸ਼ੰਭੂ ਮੋਰਚਾ ਪੇਜ ਤੋਂ ਅਨਾਉਂਸ ਕੀਤਾ ਜਾਏਗਾ। ਤੇ ਉਸ ਦੇ ਨਾਲ ਨਾਲ ਮੈਂ ਅੱਜ ਸਵੇਰੇ ਹੀ ਹਰਪ੍ਰੀਤ ਭਾਈ ਦੇ ਨਾਲ ਗੱਲ ਕਰ ਰਿਹਾ ਸੀਗਾ ਕਿ ਅਸੀਂ ਪੂਰੇ ਪੰਜਾਬ ਵਿੱਚ ਜਾਂ ਪੂਰੇ ਹਿੰਦੁਸਤਾਨ ਵਿੱਚ ਬਲਕਿ ਪੂਰੇ ਵਰਲਡ ਵਿੱਚ 2 ਤਰੀਕ ਨੂੰ ਜਾਂ 2 ਤਰੀਕ ਤੋਂ ਅੱਗੇ ਪਿੱਛੇ ਵਰਲਡ ਜਿਹੜਾ ਬਲੱਡ ਡੋਨੇਸ਼ਨ ਹੈਗਾ ਉਹ ਕੈਂਪ ਲਗਾਏ ਜਾਣ। ਦੀਪ ਸਿੱਧੂ ਬਾਈ ਦਾ ਜਿਹੜਾ ਜਨਮ ਦਿਨ ਉਹ ਇੱਦਾਂ ਮਨਾਇਆ ਜਾਵੇ, ਉਹ ਵੀ ਇੱਕ ਅਵੇਅਰਨੈਸ ਹੁੰਦੀ ਹੈ, ਉਹ ਵੀ ਇੱਕ ਸਰਕਾਰ ਤੇ ਪ੍ਰੈਸ਼ਰ ਹੁੰਦਾ ਹੈ, ਔਰ ਇੱਕ ਕਿਸਮ ਦਾ ਥੈਂਕਸ ਗਿਵਿੰਗ ਵੀ ਦੀ ਤਰ੍ਹਾਂ ਹੀ ਲਿੱਤਾ ਜਾਵੇ। ਇਹ ਵੀ ਹਾਲੇ ਫਾਈਨਲ ਨਹੀਂ ਹੋਇਆ, ਇਹ ਹਰ ਟੀਮ ਦੇ ਵਿੱਚ ਡਿਸਕਸ ਹੋਏਗਾ ਤੇ ਜਦੋਂ ਹੋਏਗਾ ਇਹ ਵੀ ਹਰਪ੍ਰੀਤ ਭਾਈ ਦੇ ਪੇਜ ਤੋਂ ਹੀ ਦੱਸਿਆ ਜਾਏਗਾ ਔਰ ਸ਼ੰਭੂ ਮੋਰਚਾ ਪੇਜ ਜਿਹੜਾ ਹੈਗਾ ਉੱਥੋਂ ਦੱਸਿਆ ਜਾਏਗਾ। ਤੁਸੀਂ ਆਪਣੀ ਰਾਏ ਦੱਸਿਓ ਕਿ ਅਗਰ ਹਰ ਜਿੱਥੇ ਵੀ ਜਿਹੜੇ ਵੀ ਇਲਾਕੇ ਦੇ ਵਿੱਚ ਆਪਣੇ ਆਪਣੇ ਰੈੱਡ ਕਰਾਸ ਜਿਹੜਾ ਹੈਗੀ ਸੁਸਾਇਟੀ ਉਸ ਨੂੰ ਕੰਟੈਕਟ ਕੀਤਾ ਜਾਵੇ ਔਰ ਜ਼ਿਆਦਾ ਵੱਡਾ ਖਰਚਾ ਨਾ ਕਰਕੇ ਛੋਟੇ ਛੋਟੇ ਹੀ ਭਾਵੇਂ ਹੋਣ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣ, ਜਿਹੜਾ ਖੂਨ ਹੈਗਾ ਕਿਸੇ ਜ਼ਰੂਰਤਮੰਦ ਦੇ ਕੰਮ ਆਵੇ, ਕਿਸੇ ਗਰੀਬ ਦੇ ਕੰਮ ਆਵੇ, ਜਿਸ ਨੂੰ ਲੋੜ ਹੈ ਉਸ ਨੂੰ ਉਹ ਖੂਨ ਦਿੱਤਾ ਜਾਵੇ। ਤੇ ਇਨਬਾਕਸ ਕਰਕੇ ਦੱਸਿਓ ਤੁਹਾਡੀ ਕੀ ਰਾਏ ਹੈਗੀ ਹੈ। ਇਹ ਦੋਨੋਂ ਚੀਜ਼ਾਂ ਹਾਲੇ ਫਾਈਨਲ ਨਹੀਂ ਹੈਗੀਆਂ, ਇਹ ਟੀਮ ਜਦੋਂ ਕਰੇਗੀ ਉਦੋਂ ਅਨਾਉਂਸ ਹੋ ਜਾਏਗਾ। ਮੈਂ ਵੈਸੇ ਹੀ ਤੁਹਾਡੇ ਨਾਲ ਗੱਲ ਕੀਤੀ ਹੈ, ਬਟ ਪੰਜਾਬ ਦੇ ਸ਼ੇਰਾਂ ਦੇ ਨਾਲ ਖੜੇ ਹੋਵੋ। ਇਹਨਾਂ ਦਾ ਆਪਣਾ ਕੋਈ ਮਕਸਦ ਨਹੀਂ ਸੀਗਾ, ਵਧੀਆ ਜ਼ਿੰਦਗੀਆਂ ਦੀਪ ਬਾਈ ਨੂੰ ਮੈਂ 5-6 ਸਾਲ ਤੋਂ ਜਾਣਦਾ, ਇੱਕ ਵਧੀਆ ਜ਼ਿੰਦਗੀ ਜਿਸ ਦੇ ਲਈ ਲੋਕੀ ਡ੍ਰੀਮ ਕਰਦਾ ਆਮ ਬੰਦਾ, ਉਸ ਤੋਂ ਵੀ ਉੱਪਰਲੀ ਜ਼ਿੰਦਗੀ, 5 ਫਿਲਮਾਂ ਦਾ ਹੀਰੋ ਔਰ 2-2-2.5 ਕਰੋੜ ਦੀ ਗੱਡੀ ਚਲਾਉਣ ਵਾਲਾ ਬੰਦਾ, ਬੰਬੇ ਰਹਿਣ ਵਾਲਾ ਬੰਦਾ, ਇੰਨੀ ਵੱਡੀ ਕੰਪਨੀਆਂ, ਏਕਤਾ ਕਪੂਰ ਦਾ ਵਕੀਲ, ਆਲਟ ਬਾਲਾਜੀ ਜਿਹੜਾ ਉਸ ਦਾ ਵਕੀਲ, ਸੋਨੀ ਪਿਕਚਰ ਦਾ ਵਕੀਲ ਹੋਵੇ, ਜਿਹੜਾ ਰਾਕੇਸ਼ ਰੋਸ਼ਨ ਦਾ, ਰਿਤਿਕ ਰੋਸ਼ਨ ਵਗੈਰਾ ਜਿਹੜੇ ਹੈਗੇ ਨੇ ਇਸ ਦੇ ਫਾਦਰ, ਉਹਨਾਂ ਦਾ ਵਕੀਲ, ਦਿਓਲ ਫੈਮਿਲੀ ਦਾ ਵਕੀਲ, ਉਹ ਸਾਰਾ ਕੁਝ ਛੱਡ ਕੇ ਅੱਜ ਬੰਦਾ ਜੇਲ੍ਹ ਵਿੱਚ ਹੈ। ਨਾ ਸਿਰਫ ਜੇਲ੍ਹ ਵਿੱਚ ਹੈ ਬਲਕਿ ਤੁਸੀਂ ਆਪਣੇ ਇਲਾਕੇ ਦਾ ਇੱਕ ਹਵਲਦਾਰ ਨਾਲ ਪੰਗਾ ਲੈ ਕੇ ਦਿਖਾਓ, ਤੁਹਾਨੂੰ ਸਮਝ ਆਏਗੀ ਪੁਲਿਸ ਨਾਲ ਪੰਗਾ ਕੀ ਹੁੰਦਾ ਹੈ। ਇਹ ਤਾਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਿਹੜੀ ਏਜੰਸੀਆਂ ਨੇ, ਕ੍ਰਾਈਮ ਬ੍ਰਾਂਚ ਆਫ ਇੰਡੀਆ, ਇਹਨਾਂ ਦੇ ਉੱਤੇ ਸਿਰਫ ਹੋਮ ਮਿਨਿਸਟਰ ਹੈ, ਉਸ ਦੇ ਉੱਪਰ ਸਿਰਫ ਪ੍ਰਧਾਨ ਮੰਤਰੀ ਹੈ। ਇਹ ਕੇਸ ਡਾਇਰੈਕਟਲੀ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਇਸ ਨੂੰ ਦੇਖ ਰਹੇ ਨੇ, ਔਰ ਉਹ ਬੰਦੇ ਦਾ ਕੋਈ ਕ੍ਰਿਮੀਨਲ ਪੰਗਾ ਨਹੀਂ ਹੈ ਜਿਸ ਕਰਕੇ ਉਹ ਜੇਲ੍ਹ ਵਿੱਚ ਹੈ। ਉਹ ਤੁਹਾਡੇ ਕਰਕੇ, ਮੇਰੇ ਕਰਕੇ ਜੇਲ੍ਹ ਵਿੱਚ ਹੈ, ਕਿਸਾਨ ਅੰਦੋਲਨ ਦੇ ਕਰਕੇ ਜੇਲ੍ਹ ਵਿੱਚ ਹੈ। ਔਰ ਮੇਰੀ ਗੱਲ ਯਾਦ ਰੱਖਿਓ, ਜਿੱਦਣ ਇਹ ਦੋਨੋਂ ਸ਼ੇਰ ਇੱਥੇ ਪਹੁੰਚ ਜਾਣਗੇ ਨਾ, ਹਿਲਾ ਕੇ ਰੱਖ ਦੇਣਗੇ। ਉਸ ਦਿਨ ਇੰਨਾ ਵੱਡਾ ਇਕੱਠ ਹੋਏਗਾ ਜਿੰਨਾ ਹੁਣ ਤੱਕ ਹੋਇਆ, ਇਸ ਤੋਂ ਕਈ ਗੁਣਾ ਵੱਡਾ ਇਕੱਠ ਹੋਏਗਾ। ਹੁਣ ਗੇਮ ਤਾਂ ਅਸਲੀ ਹੁਣ ਸ਼ੁਰੂ ਹੋਏਗੀ ਜਿੱਦਣ ਬਾਈ ਬਾਹਰ ਆਊਗਾ। ਆਪਣੀ ਰਾਏ ਜ਼ਰੂਰ ਦੱਸਿਓ ਕਿ 2 ਤਰੀਕ ਵਾਸਤੇ ਤੇ ਇਹ ਜਿਹੜੀ ਵੀ ਅਨਾਉਂਸਮੈਂਟ ਹੋਏਗੀ ਦੱਸੀ ਜਾਏਗੀ। ਜੇ ਉਸਦੇ ਜਨਮ ਦਿਨ ਤੋਂ 1-2 ਦਿਨ ਅੱਗੇ ਪਿੱਛੇ ਕਰਕੇ ਅਸੀਂ ਬਲੱਡ ਡੋਨੇਸ਼ਨ ਕੈਂਪ ਵਰਲਡ ਵਾਈਡ ਲਗਾਏ ਜਾਣ ਤੇ ਤੁਹਾਡੇ ਵਿੱਚੋਂ ਕੌਣ ਲਗਾਉਣਾ ਚਾਹੁੰਦਾ ਤੇ ਕੋਈ ਕਿਸ ਦਾ ਸੁਜੈਸ਼ਨ ਹੋਵੇ ਜ਼ਰੂਰ ਦੱਸਿਓ। ਅੱਜ ਦੇ ਲਈ ਇੰਨਾ ਹੀ, ਜਲਦੀ ਮਿਲਦੇ ਹਾਂ ਦੁਬਾਰਾ। ਸਤਿ ਸ਼੍ਰੀ ਅਕਾਲ ਜੀ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਰੋਜ਼ਾਨਾ ਸਵੇਰੇ 4 ਤੋਂ 8 ਵਜੇ ਤੇ ਸ਼ਾਮ 4:30 ਤੋਂ 7:30 ਤੱਕ ਔਨ 에ਅਰ ਤੇ